बिस्मिल्लाहिर्रहमानिर्रहीम। अस्सलामुअलैकुम। फार्मिंग टिप्स में शाहिद अली अवान की जानिब से खुश आमदीद। मुअज़्ज़ज़ नाज़रीन, आज की इस वीडियो में एक इंतहाई तजर्बाकार आदमी आपको कोल्हू की डेला खाल, मशीनी खाल और वड़ेवों की खाल के दरमियान फ़र्क बताएंगे और इनके इस्तेमालात बताएंगे कि किस वक्त कौन सी इस्तेमाल करनी चाहिए। तो चलें इनसे करते हैं बात। अस्सलाम वालेकुम। वालेकुम सलाम। भाईजान की हाल चाल है? अल्हम्दुलिल्लाह, अल्लाह का शुक्र है। भाईजान की नाम अपना? अफजाल कृषि। अफजाल साहब, माशाल्लाह कोल्हू की खाल का काम किन्ने अरसे तो कर रहे हो? भाजी कोई 50 के साल तो करने हैं। 50 साल तो? हाँ जी। किस तरह की कहानी तैयार करते हो कोल्हू? भाजी 12 किलो सरों होंदी है। अच्छा। ते ओदे विचों तेल निकलदा 3 किलो। अच्छा। बकाया जेड़ा ना सरों निकलदी खाली निकलदी है विचों। अच्छा। हाँ जी। तुसीं ढेले दी खाल सेल करते हो या चूरा खाल? ढेले दी। जिमीदार लोग कहते हैं कि ढेले दी खाल चंगी है चूरा खाल नालों, वडेवियां दी खाल नालों, बाकी वंडियां नालों। तुहाडा की कहना है कि इहदे च वादा क्यों चंगी है? भाजी ये दुध वास्ते भी अच्छी है, ते वैसे गर्मियां दे विच जेहड़ियां गाइयां ने इन्हां वास्ते बलैतना ते आस्ट्रेलियन वास्ते सारियां चीज़ां वास्ते है चंगी चीज़ है। अच्छा। हाँ जी। यानी आस्ट्रेलियन गाइयां नूं खाल पाइए ते ओह हीट नहीं करदियां? नहीं करदी। तुहां रखी कोई आस्ट्रेलियन गाय? हाँ जी। ਉਹਨੂੰ ਕਿੰਨੀ ਖਾਲ ਪਾਉਂਦੇ ਹੋ ਰੋਜ਼ਾਨਾ? ਉਹਨੂੰ 2 ਕਿਲੋ ਪਾਈ ਦੀ। 2 ਕਿਲੋ ਖਾਲ ਕਿਸ ਤਰ੍ਹਾਂ ਪਾਉਂਦੇ ਹੋ? ਭਿਉਂ ਕੇ। ਹਾਂਜੀ। ਤੇ ਫਿਰ ਉਹ ਗਰਮੀਆਂ 'ਚ ਗਰਮੀ ਨਹੀਂ ਕਰਦੀ? ਨਹੀਂ ਕਰਦੀ। ਬੜੀ ਗੱਲ। ਤੁਹਾਂ ਸਨਾਹੜੀ ਲੋਕ ਕਹਿੰਦੇ ਨੇ ਆਸਟ੍ਰੇਲੀਅਨ ਗਾਈਆਂ ਇਸ ਇਲਾਕੇ 'ਚ ਪਾਲੀਆਂ ਨਹੀਂ ਜਾ ਸਕਦੀਆਂ। ਭਾਜੀ ਕਿਉਂ ਨਹੀਂ ਪਾਲੀਆਂ ਜਾਂਦੀਆਂ? ਸੇਵਾ ਕਰਨੀ ਚਾਹੀਦੀ ਹੈ, ਹਰ ਸ਼ੈ ਪਲ ਜਾਂਦੀ ਹੈ। ਹਰ ਸ਼ੈ ਪਲ ਜਾਂਦੀ ਹੈ। ਹਾਂਜੀ। ਯਾਨੀ ਆਸਟ੍ਰੇਲੀਅਨ ਗਾਈ ਨੂੰ ਅਗਰ ਇੱਥੇ ਰੱਖਣਾ ਚਾਹੁੰਦੇ ਤਾਂ ਉਹਦਾ ਹੱਲ ਕੋਲੂ ਦੀ ਖਾਲ ਹੈ। ਕੋਲੂ ਦੀ ਖਾਲ ਹੈ, ਵੇਸਣ ਦਾ ਪਾਣੀ ਹੈ, ਸ਼ੱਕਰ ਹੈ, ਇਹ ਚੀਜ਼ਾਂ ਪਾ ਕੇ ਉਹਨੂੰ ਠੰਡੀਆਂ ਰੱਖਣਾ। ਅੱਛਾ। ਹਾਂਜੀ। ਤੇ ਕੋਲੂ ਦੀ ਖਾਲ ਕਿਸ ਰੇਟ ਤੋਂ ਸੇਲ ਕਰਦੇ ਹੋ? ਇਹ ਭਾਵੇਂ 3000 ਤੋਂ ਮੰਨ। 3000 ਤੋਂ ਮੰਨ? ਹਾਂਜੀ। ਇਲਾਕਾ ਕਿਹੜਾ ਹੈ? ਬੜਿਆਣਾ। ਤੁਹਾਡਾ ਨਾਮ ਕੀ ਹੈ? ਅਫਜ਼ਾਲ ਕ੍ਰਿਸ਼ੀ। ਅਫਜ਼ਾਲ ਸਾਹਿਬ, ਤੁਸੀਂ ਪਹਿਲੇ ਵੀ ਦੱਸਿਆ ਸੀ ਤੇ ਅਗਰ ਕਿਸੇ ਨੇ ਖਰੀਦਣੀ ਹੋਵੇ ਤਾਂ ਇੱਥੇ ਆ ਕੇ ਲੈ ਜਾਓ। ਹਾਂਜੀ। ਠੀਕ ਹੈ। ਅੱਛਾ, ਇਹ ਦੱਸੋ ਕਿ ਇਹ ਜਿਹੜੀ ਤੁਸੀਂ ਸਰੋਂ ਇਹ ਤੁਸੀਂ ਆਪ ਹੀ ਬੀਜਦੇ ਹੋ ਜਾਂ ਮੁੱਲ ਲੈਂਦੇ ਹੋ? ਇਹ ਭਾਵੇਂ ਖਰੀਦੀ ਦੀ ਹੈ। ਕਿਸ ਰੇਟ ਤੁਹਾਨੂੰ ਮਿਲ ਜਾਂਦੀ? ਇਹ ਮਿਲ ਜਾਂਦੀ ਹੈ ਮੈਂ ਨਾ 4000 ਤੋਂ ਮੰਨ। ਸਿਰਫ ਸਰੋਂ ਸੁੱਕੀ? ਹਾਂਜੀ। ਤੇ ਮਣ ਤੇ ਸਰੋਂ ਚ ਕਿੰਨਾ ਤੇਲ ਨਿਕਲਦਾ? 3 ਕਿਲੋ। ਤੇ ਹੈ ਮਨ ਸਰੋਂ ਚ ਨਿਕਲਦਾ 12 ਕਿਲੋ ਤੇਲ। 12 ਕਿਲੋ? ਹਾਂਜੀ। ਤੇ ਜੇ ਮਸ਼ੀਨ ਨਾਲ ਤੇਲ ਕਢਾਇਆ ਫਿਰ ਕਿੰਨਾ ਨਿਕਲਦਾ? ਤੇ ਜ਼ਿਆਦਾ ਨਿਕਲਦਾ। ਕਿੰਨਾ ਕੁ? ਕੋਈ 2 ਕਿਲੋ ਦਾ ਫਰਕ ਪੈ ਜਾਂਦਾ। ਯਾਨੀ ਮਣ ਦੇ ਪਿੱਛੇ 2 ਕਿਲੋ ਤੇਲ ਦਾ ਫਰਕ ਪੈ ਜਾਂਦਾ ਮਸ਼ੀਨ ਦੇ ਜ਼ਰੀਏ। ਤੇ ਕੋਲੂ ਦੇ ਵਿੱਚ ਉਹ 2 ਕਿਲੋ ਤੇਲ ਖਾਲ ਦੇ ਵਿੱਚ ਮਿਕਸ ਰਹਿੰਦਾ ਹੈ। ਹਾਂਜੀ। ਅਸਲ 'ਚ ਤੇ ਫਾਇਦਾ ਫਿਰ ਤੇਲ ਦਾ ਹੋਇਆ। ਤੇਲ ਦੇ ਹੋਰ ਕੀ ਅਸਰਾਤ ਹੁੰਦੇ ਨੇ ਜਾਨਵਰ ਤੇ? ਇਹਦੇ ਚ ਡੰਗਰ ਚਿਕਨਾਹਟ ਰਹਿੰਦੀ ਹੈ, ਡੰਗਰ ਖੁਸ਼ਕ ਨਹੀਂ ਹੁੰਦਾ ਹੈ। ਇਹਦੀ ਵਜ੍ਹਾ ਨਾਲ ਜਿਹੜਾ ਨਾ ਡੰਗਰ ਜਿਹੜਾ ਨਾ ਤਰ ਰਹਿੰਦਾ। ਅੱਛਾ। ਉਹਦੀ ਵਜ੍ਹਾ ਨਾਲ ਜਿਹੜਾ ਦੁੱਧ ਸ਼ੁੱਧ ਜ਼ਿਆਦਾ ਦਿੰਦਾ। ਸਾਲ ਦੇ ਕਿੰਨੇ ਮਹੀਨੇ ਕੋਲੂ ਦੀ ਖਾਲ ਇਸਤੇਮਾਲ ਕਰਨੀ ਚਾਹੀਦੀ ਹੈ? ਇਹ ਸਿਰਫ ਜਿਹੜਾ ਸਿਆਲ ਨਹੀਂ ਕਰਨੀ ਚਾਹੀਦੀ, ਕੋਈ ਸਿਆਲ ਚੇਤਰ ਦੇ ਵਿੱਚ ਸ਼ੁਰੂ ਕਰ ਦਿਓ ਅੱਜ ਕੱਲ। ਹਾਂਜੀ। ਤੇ ਕਿਹੜੇ ਮਹੀਨੇ ਤੱਕ? ਇਹ ਜਿੰਨੀਆਂ ਗਰਮੀਆਂ ਨੇ ਉਹਨਾਂ ਚਿਰ, ਯਾਨੀ ਮਾਰਚ ਤੋਂ ਲੈ ਕੇ ਸਤੰਬਰ ਅਕਤੂਬਰ ਤੱਕ। ਹਾਂਜੀ। ਕੋਲੂ ਦੀ 2 ਕਿਲੋ ਖਾਲ ਉਤਾਰਨਾ। ਹਾਂਜੀ। ਤੇ ਜਦੋਂ ਗਰਮੀ ਬਹੁਤ ਹੀ ਸ਼ਦੀਦ ਹੋਏ ਉਦੋਂ ਇੰਨੀ ਵੀ ਪਾਈ ਜਾਓ, ਜ਼ਿਆਦਾ ਪਾਣੀ ਜ਼ਿਆਦਾ ਪਾ ਲਓ ਤੇ ਠੀਕ ਰਹੇਗਾ ਜਾਨਵਰ। ਹਾਂਜੀ। ਮੱਝਾਂ ਨੂੰ ਪਾਈਏ ਤਾਂ ਉਹਨਾਂ ਨੂੰ ਕੀ ਫਾਇਦਾ? ਮੱਝਾਂ ਨੂੰ ਹੀ ਫਾਇਦਾ ਵੇ ਇਹਦਾ। ਮੱਝਾਂ ਵਾਸਤੇ ਵੀ ਠੀਕ ਹੈ। ਇਹਦੇ ਨਾਲ ਦੁੱਧ ਵੱਧਦੀਆਂ ਨੇ? ਹਾਂਜੀ। ਕਿੰਨਾ ਕੁ ਫਰਕ ਪੈ ਜਾਂਦਾ ਦੁੱਧ 'ਚ? ਦੁੱਧ 'ਚ ਘੱਟ ਤੋਂ ਘੱਟ 2-3 ਕਿਲੋ ਦਾ ਫਰਕ ਪੈ ਜਾਂਦਾ। ਠੀਕ ਹੈ। ਪਿਆਰੇ ਭਾਈ, ਇਹ ਦੱਸੋ ਕਿ ਜਿਹੜੀ ਮਸ਼ੀਨੀ ਖਾਲ ਹੁੰਦੀ ਹੈ ਹਾਂਜੀ ਤੇ ਜਿਹੜੀ ਕੋਲੂ ਦੀ ਖਾਲ ਹੈ, ਹਾਂਜੀ, ਦੋਵਾਂ ਵਿੱਚ ਕੀ ਫਰਕ ਹੈ? ਭੈਣ ਉਹਦੀ ਜਿਹੜੀ ਟੁਕਰੀ ਹੋਏਗੀ ਬਰੀਕ ਹੋਏਗੀ, ਪਤਲੀ ਹੋਏਗੀ। ਇਹਦਾ ਕੋਲੂ ਦੀ ਖਲ ਦੇ ਢੇਲਾ ਮੋਟਾ ਜ਼ਿਆਦਾ ਵੱਡਾ ਹੋਏਗਾ। ਅੱਛਾ। ਹਾਂਜੀ। ਤੇ ਫਾਇਦਾ ਉਹ ਜਿਹੜੀ ਮਸ਼ੀਨੀ ਖਾਲ ਹੈ ਉਹ ਜਿਹੜੀ ਤਿਆਰ ਹੁੰਦੀ ਹੈ ਉਹਦਾ ਜ਼ਿਆਦਾ ਹੈ ਜਾਂ ਇਹਦਾ ਜ਼ਿਆਦਾ? ਇਹਦਾ ਜ਼ਿਆਦਾ। ਇਹਦੇ ਵਿੱਚ ਤੇਲ ਰਹਿੰਦਾ, ਉਹਦੇ ਵਿੱਚ ਤੇਲ ਨਹੀਂ ਰਹਿੰਦਾ। ਅੱਛਾ। ਹਾਂਜੀ। ਉਹ ਜਿਹੜੀ ਖਾਲ ਹੈ ਉਹਦੇ ਵਿੱਚ ਬਿਲਕੁਲ ਤੇਲ ਨਹੀਂ ਰਹਿੰਦਾ? ਬਿਲਕੁਲ ਤੇਲ ਨਹੀਂ ਹੁੰਦਾ, ਖਤਮ ਹੋਇਆ ਹੁੰਦਾ। ਅੱਛਾ। ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ 12 ਕਿਲੋ ਦੀ ਤੁਸੀਂ ਕਹਾਣੀ ਕਰਦੇ ਹੋ, ਉਹਦੇ ਵਿੱਚੋਂ 3 ਕਿਲੋ ਤੇ ਤੁਹਾਨੂੰ ਤੇਲ ਮਿਲ ਜਾਂਦਾ। ਹਾਂਜੀ। ਤੇ ਇਸ ਤੋਂ ਇਲਾਵਾ ਖਾਲ ਕਿੰਨੇ ਕਿਲੋ ਮਿਲਦੀ ਹੈ? ਖਾਲ ਮਿਲ ਜਾਂਦੀ ਹੈ ਮੈਂ ਨਾ ਕੋਈ 5 ਕਿਲੋ 6 ਕਿਲੋ ਨਿਕਲਦਾ। 5-6 ਕਿਲੋ। ਤੇ ਉਹਦੇ ਅੰਦਰ ਕੋਈ ਤੇਲ ਸ਼ਾਮਲ ਹੁੰਦਾ? ਹਾਂਜੀ। ਕਿੰਨੇ ਕੁ % ਤੇਲ ਸ਼ਾਮਲ ਹੁੰਦਾ? ਤੁਸੀਂ ਇਹ ਕੋਲੂ ਜਿਹੜਾ ਮਸ਼ੀਨੀ ਕੋਲੂ ਤੇ ਕੱਢੋਗੇ ਨਾ, ਤੁਹਾਡਾ 5 ਕਿਲੋ ਨਿਕਲੇਗਾ ਜਾਂ 4.5 ਕਿਲੋ ਨਿਕਲੇਗਾ। ਇੰਨਾ ਨਿਕਲੇਗਾ, ਇੰਨਾ ਫਰਕ ਰਹਿ ਜਾਂਦਾ। ਅੱਛਾ। ਹਾਂਜੀ। ਵੜੇਵਿਆਂ ਦੀ ਖਾਲ ਔਰ ਕੋਲੂ ਦੀ ਖਾਲ 'ਚ ਕਿਹੜਾ ਬਿਹਤਰ ਹੈ? ਕੋਲੂ ਦੀ ਖਾਲ ਜਿਹੜੀ ਇਹ ਗਰਮੀਆਂ ਦੇ ਵਿੱਚ ਅੱਛੀ ਹੈ, ਜਿਹੜੀ ਇਹ ਵੜੇਵਿਆਂ ਦੀ ਖਾਲ ਉਹ ਗਰਮੀਆਂ ਸਿਆਲ ਵਾਸਤੇ ਅੱਛੀ ਹੈ। ਅੱਛਾ। ਹਾਂਜੀ। ਦੁੱਧ ਕਿੰਨਾ ਬਹੁਤਾ ਜਾਨਵਰ ਦਿੰਦਾ ਹੈ? ਦੁੱਧ ਜਿਹੜਾ ਵੜੇਵਿਆਂ ਦੀ ਖਾਲ ਜਿਹੜੀ ਸਿਆਲ ਦੇ ਵਿੱਚ ਇਸਤੇਮਾਲ ਕਰੀਏ ਉਹਦੇ ਤੋਂ ਜ਼ਿਆਦਾ ਹੈ। ਅੱਛਾ। ਤੇ ਜਿਹੜੇ ਗਰਮੀਆਂ ਦੇ ਵਿੱਚ ਜਿਹੜੀ ਕੋਲੂ ਦੀ ਜਿਹੜੀ ਵੜੇਵਿਆਂ ਦੀ ਖਾਲ ਪਾਈਏ ਤੇ ਉਹਦੇ ਨਾਲ ਜਾਨਵਰ ਗਰਮੀ ਕਰਦਾ ਇੱਕ ਤੇ ਖੁਸ਼ਕ ਹੋ ਜਾਂਦਾ, ਫਿਰ ਦੁੱਧ ਵੀ ਘਟ ਜਾਂਦਾ। ਕਿਹੜੀ ਖਾਲ ਨਾਲ ਜਾਨਵਰ ਨਰਮ ਰਹਿੰਦਾ ਔਰ ਉਹਨੂੰ ਕਬਜ਼ ਵਗੈਰਾ ਨਹੀਂ ਹੁੰਦੀ? ਸਰੋਂ ਦੀ ਤੇਲ। ਸਰੋਂ ਨਾਲ? ਹਾਂਜੀ। ਕਿਆ ਹੈ ਦੀਗਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ? ਹਾਂਜੀ। ਕਿਹੜੀ ਬਿਮਾਰੀ ਤੋਂ? ਇਹ ਜ਼ਹਿਰਬਾਦ ਤੋਂ। ਅੱਛਾ। ਹੋਰ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਨੇ ਮਸਲਨ ਖੁਸ਼ਕੀ ਹੋ ਜਾਂਦੀ ਹੈ ਡੰਗਰ ਨੂੰ, ਉਹਦੇ ਤੋਂ ਵੀ, ਖਾਰਸ਼ ਤੋਂ ਵੀ। ਡੰਗਰ ਜਿਹੜਾ ਨਾ
ਬਚਿਆ ਰਹਿੰਦਾ। ਯਾਨੀ ਸਰੋਂ ਦਾ ਤੇਲ ਖੁਸ਼ਕੀ ਤੋਂ ਵੀ ਬਚਾਉਂਦਾ ਹੈ ਤੇ ਇਹਦਾ ਮਤਲਬ ਕਈ ਬਾਰ ਜਾਨਵਰਾਂ ਨੂੰ ਖੁਸ਼ਕੀ ਤੋਂ ਵੀ ਪਿੱਛਾ ਨਿਕਲਦਾ ਹੈ, ਉਹਨਾਂ ਦਾ ਵੀ ਫਾਇਦਾ ਹੁੰਦਾ ਉਹਦੇ ਵਾਸਤੇ ਫਾਇਦੇਮੰਦ, ਪਿੱਛੇ ਤੋਂ ਵੀ ਬਚਾਉਂਦਾ ਪਿੱਛੇ ਤੋਂ। ਅੱਛਾ ਭਾਈ ਇਹ ਦੱਸੋ ਅਗਰ ਇੱਕ ਜਾਨਵਰ 10 ਕਿਲੋ ਦੁੱਧ ਦੇ ਰਿਹਾ ਹੈ ਉਹਨੂੰ ਰੋਜ਼ਾਨਾ ਦੀ ਕਿੰਨੇ ਕਿਲੋ ਖਲ ਪਾਈਏ ਤੇ ਬਿਹਤਰ ਹੈ? ਉਹਨੂੰ ਭਾਵੇਂ ਨਾ ਤੁਸੀਂ ਇਹ 2 ਕਿਲੋ ਖਲ ਵੀ ਪੈ ਜਾਣਾ, ਕਿਲੋ ਸਲੇ ਵੀ ਤੇ ਫਿਰ ਮਸ਼ਲਾ ਦੁੱਧ ਜ਼ਿਆਦਾ ਦੇਗਾ। ਅੱਛਾ ਹਾਂਜੀ, ਉਹਦਾ ਰਿਜ਼ਲਟ ਅੱਛਾ ਹੈ। ਹਾਂਜੀ ਠੀਕ ਹੈ। ਤੇ ਅਗਰ ਕਿਸੇ ਦੋਸਤ ਨੇ ਤੁਹਾਡੇ ਕੋਲੋਂ ਸਰੋਂ ਦਾ ਤੇਲ ਵੀ ਲੈਣਾ ਹੋਏ ਉਹ ਵੀ ਦਸਤਿਆਬ ਹੈ? ਹਾਂਜੀ, ਹਰ ਸ਼ੈ। ਠੀਕ ਹੈ ਸਰ, ਬਹੁਤ ਸ਼ੁਕਰੀਆ ਸਰ।